तेग बहादुर सिमरियै करनौ निध्यावै ताए। KCGC-TV ਪਲੇਟਫਾਰਮ ਤੋਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਮੂਹ ਪਰਿਵਾਰ ਨਾਲ ਫਤਿਹ ਦੀ ਸਾਂਝ ਪਾਉਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਭ ਜਾਣਦੇ ਹਾਂ ਇਸ ਵੇਲੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400ਵਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਇਸੇ ਹੀ ਸਬੰਧ ਵਿੱਚ ਗੁਰੂ ਸਾਹਿਬ ਜੀ ਦੀ ਜੀਵਨੀ, ਫਲਸਫਾ ਤੇ ਸ਼ਹਾਦਤ ਦੇ ਸੰਬੰਧ ਵਿੱਚ ਮੈਂ ਕੁਝ ਸ਼ਬਦ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੀ ਹਾਂ। ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ 1 ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਦੀ ਪਾਵਨ ਧਰਤੀ ਦੇ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਬਚਪਨ ਦੇ ਕੋਈ 9 ਕੁ ਵਰੇ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਬਤਾਉਣ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਿਵਾਰ ਦੇ ਨਾਲ ਜ਼ਿਲ੍ਹਾ ਜਲੰਧਰ ਦੇ ਪਿੰਡ ਕਰਤਾਰਪੁਰ ਜਾ ਕੇ ਰਹਿਣ ਲੱਗੇ। ਕਰਤਾਰਪੁਰ ਰਹਿੰਦਿਆਂ ਹੀ 12 ਕੁ ਸਾਲ ਦੀ ਉਮਰ ਵਿੱਚ 1632 ਈਸਵੀ ਵਿੱਚ ਆਪ ਜੀ ਦਾ ਵਿਆਹ ਉੱਥੋਂ ਦੇ ਵਸਨੀਕ ਸ੍ਰੀ ਲਾਲ ਚੰਦ ਜੀ ਦੀ ਸਪੁੱਤਰੀ ਬੀਬੀ ਗੁਜਰੀ ਜੀ ਦੇ ਨਾਲ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ 14 ਕੁ ਸਾਲ ਦੀ ਸੀ ਜਦੋਂ ਪੈਂਦੇ ਖਾਂ ਲਾਹੌਰ ਤੋਂ ਗੁਰੂ ਘਰ ਦੇ ਨਾਲ ਗਦਾਰੀ ਕਰਕੇ ਫੌਜ ਚੜਾ ਲਿਆਇਆ ਤਾਂ ਉਸ ਜੰਗ ਵਿੱਚ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਆਪ ਨੇ ਜੰਗ ਦੇ ਮੈਦਾਨ ਦੇ ਵਿੱਚ ਚੰਗੇ ਦੁਸ਼ਮਣਾਂ ਦੇ ਆਹੂ ਲਾਹੇ ਤੇ ਤਲਵਾਰਬਾਜ਼ੀ ਦਾ ਹੁਨਰ ਵਿਖਾਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ ਨਿਪੁੰਨਤਾ ਨੂੰ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਨੂੰ ਤੇਗ ਬਹਾਦਰ ਕਹਿ ਕੇ ਪਹਿਲੀ ਵਾਰ ਸਤਕਾਰਿਆ ਤੇ ਉਸ ਤੋਂ ਬਾਅਦ ਫਿਰ ਆਪ ਜੀ ਨੂੰ ਤੇਗ ਬਹਾਦਰ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਆਪਣੇ ਮਾਤਾ ਜੀ ਦੇ ਨਾਲ ਆਪਣੇ ਨਾਨਕੇ ਪਿੰਡ ਬਕਾਲੇ ਆ ਕੇ ਰਹਿਣ ਲੱਗੇ। ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੋਈ 20 ਕੁ ਸਾਲਾਂ ਦਾ ਸਮਾਂ ਜੋ ਉਹ ਗੁਰੂ ਭਗਤੀ ਦੇ ਵਿੱਚ ਲੀਨ ਰਹੇ। 8ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋ ਰਿਸ਼ਤੇ ਵਿੱਚ ਆਪ ਜੀ ਦੇ ਪੋਤਰੇ ਦੇ ਥਾਂ ਤੇ ਸੀ, ਉਹ ਜਦੋਂ ਦਿੱਲੀ ਵਿਖੇ ਜੋਤੀ ਜੋਤ ਸਮਾਉਣ ਲੱਗੇ ਤਾਂ ਉਹਨਾਂ ਨੇ ਸੰਗਤਾਂ ਨੂੰ ਇਸ਼ਾਰਾ ਮਾਤਰ ਦੱਸ ਦਿੱਤਾ ਕਿ ਹੁਣ ਅਗਲਾ ਗੁਰੂ ਭਾਵ ਬਾਬਾ ਬਕਾਲੇ। ਇਸ ਗੱਲ ਤੋਂ ਸੰਗਤਾਂ ਨੂੰ ਇਹ ਪੂਰਨ ਯਕੀਨ ਹੋ ਗਿਆ ਸੀ, ਵਿਸ਼ਵਾਸ ਸੀ ਕਿ ਹੁਣ 9ਵਾਂ ਗੁਰੂ 9ਵੇਂ ਪਾਤਸ਼ਾਹ ਬਕਾਲੇ ਦੀ ਧਰਤੀ ਤੇ ਹਨ। ਪਰ ਗੁਰੂ ਘਰ ਦੇ ਸ਼ਰੀਕ ਬਣ ਚੁੱਕੇ ਗੁਰੂ ਦੋਖੀ ਧੀਰਮਲ ਤੇ ਉਸ ਦੇ ਵਰਗੇ ਹੋਰ ਬਹੁਤ ਸਾਰੇ ਝੂਠੇ ਸਾਧਾਂ ਨੇ ਬਕਾਲੇ ਆ ਕੇ ਮੰਡਲੀਆਂ ਲਗਾ ਲਈਆਂ ਤੇ ਬਹੁਤ ਮਹੀਨਿਆਂ ਤੱਕ ਸੱਚੇ ਸਤਿਗੁਰਾਂ ਦੇ ਦਰਸ਼ਨਾਂ ਤੋਂ ਸੰਗਤਾਂ ਨੂੰ ਵਾਂਝਿਆ ਰੱਖਿਆ। ਅਖੀਰ ਭਾਗਾਂ ਵਾਲਾ ਦਿਨ ਚੜਿਆ ਤੇ ਮੱਖਣ ਸ਼ਾਹ ਲੁਬਾਣਾ ਨਾਂ ਦੇ ਸਿੱਖ ਦੇ ਹਿੱਸੇ ਸੇਵਾ ਲੱਗੀ ਤੇ ਉਹਨੇ ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ ਦਾ ਹੋਕਾ ਦੇ ਕਰਕੇ ਸੱਚੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਸੰਗਤਾਂ ਨੂੰ ਕਰਵਾਏ। ਮਾਰਚ 1664 ਈਸਵੀ ਵਿੱਚ ਬਕਾਲੇ ਦੀ ਧਰਤੀ ਤੇ ਹੀ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਨੇ ਆਪ ਜੀ ਨੂੰ ਗੁਰਿਆਈ ਤਿਲਕ ਲਗਾਇਆ। ਗੁਰਗੱਦੀ ਮਿਲਣ ਤੋਂ ਬਾਅਦ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਏ। ਇੱਥੇ ਵੀ ਧੀਰਮਲ ਦਾ ਜੋਟੀਦਾਰ ਮਸੰਦ ਹਰਜੀ ਦਾਸ ਬੈਠਾ ਹੋਇਆ ਸੀ ਤੇ ਉਸਨੇ ਦਰਬਾਰ ਸਾਹਿਬ ਦੇ ਚਾਰੇ ਕਵਾੜ ਬੰਦ ਕਰ ਦਿੱਤੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅੰਦਰ ਸ੍ਰੀ ਸੱਚਖੰਡ ਸਾਹਿਬ ਜੀ ਦੇ ਦਰਸ਼ਨ ਜੋ ਉਹ ਨਾ ਕਰਨ ਦਿੱਤੇ। ਜਦੋਂ ਇਸ ਗੱਲ ਦਾ ਵੱਲਾ ਪਿੰਡ ਦੀਆਂ ਸੰਗਤਾਂ ਨੂੰ ਪਤਾ ਲੱਗਾ ਤਾਂ ਉਹ ਬੜੇ ਅਦਬ ਤੇ ਸਤਿਕਾਰ ਦੇ ਨਾਲ ਗੁਰੂ ਸਾਹਿਬ ਨੂੰ ਵੱਲਾ ਪਿੰਡ ਵਿਖੇ ਲੈ ਗਏ। ਕੁਝ ਦਿਨ ਉੱਥੇ ਪੜਾਅ ਕਰਨ ਤੋਂ ਬਾਅਦ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਿਵਾਰ ਸਮੇਤ ਬਾਬੇ ਬਕਾਲੇ ਤੋਂ ਕੀਰਤਪੁਰ ਸਾਹਿਬ ਲਈ ਰਵਾਨਾ ਹੋਏ। ਕੀਰਤਪੁਰ ਸਾਹਿਬ ਰਹਿੰਦਿਆਂ ਹੀ 1665 ਈਸਵੀ ਵਿੱਚ ਉੱਥੋਂ ਦਾ ਰਾਜਾ ਕਹਿਲੂਰ ਉਸ ਦੇ ਕੋਲੋਂ ਮੁੱਲ ਜ਼ਮੀਨ ਖਰੀਦ ਕੇ ਆਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ। ਆਨੰਦਪੁਰ ਸਾਹਿਬ ਦਾ ਪਹਿਲਾ ਨਾਂ ਚੱਕ ਨਾਨਕੀ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਵਾਂਗ ਦੱਬੇ ਕੁਚਲੇ ਲਿਤਾੜੇ ਤੇ ਗੁਲਾਮ ਮਾਨਸਿਕਤਾ ਦੇ ਸ਼ਿਕਾਰ ਹੋ ਚੁੱਕੇ ਲੋਕਾਂ ਦੇ ਅੰਦਰ ਅਣਖ ਤੇ ਗੈਰਤ ਜਗਾਉਣ ਦੇ ਲਈ, ਸਿੱਖੀ ਦਾ ਪ੍ਰਚਾਰ ਕਰਨ ਦੇ ਲਈ ਲੰਬੀਆਂ ਯਾਤਰਾਵਾਂ ਕੀਤੀਆਂ, ਜਿਨ੍ਹਾਂ ਵਿੱਚੋਂ ਪੂਰਬੀ ਭਾਰਤ
ਤੇ ਪੰਜਾਬ ਦੀਆਂ ਯਾਤਰਾਵਾਂ ਪ੍ਰਮੁੱਖ ਹਨ। ਜਦੋਂ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਟਨਾ ਵਿਖੇ ਪ੍ਰਕਾਸ਼ ਹੋਇਆ, ਉਸ ਵਕਤ ਵੀ 1666 ਈਸਵੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਅਸਾਮ ਵੱਲ ਗਏ ਹੋਏ ਸਨ ਤੇ 3 ਸਾਲ ਬਾਅਦ ਉਹਨਾਂ ਨੇ ਆ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਦਰਸ਼ਨ ਨੇ ਆਪਣੇ ਸੁਪੁੱਤਰ ਦੇ ਉਹ ਕੀਤੇ। ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ, ਨਿਰਭਉ ਤੇ ਨਿਰਵੈਰ। ਸਮਰੱਥ ਸਤਿਗੁਰੂ, ਸਰਬ ਗੁਣਾਂ ਦੇ ਮਾਲਕ ਆਪ ਸਤਿਗੁਰੂ, ਉਹਨਾਂ ਦੀ ਸ਼ਖਸੀਅਤ ਵੱਲ ਜਦੋਂ ਵੀ ਅਸੀਂ ਇਤਿਹਾਸਕ ਸਰੋਤਾਂ ਦੇ ਹਵਾਲੇ ਨਾਲ ਨਿਗਾਹ ਮਾਰਾਂਗੇ ਤਾਂ ਹਰ ਉਹ ਗੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਖਸੀਅਤ ਵਿੱਚ ਸਾਨੂੰ ਨਜ਼ਰੀ ਪਵੇਗਾ ਜਿਸ ਦਾ ਵੀ ਅਸੀਂ ਖਿਆਲ ਕਰਾਂਗੇ। ਉਹ ਸਹਿਜਤਾ, ਸਾਦਗੀ, ਸਹਿਨਸ਼ੀਲਤਾ ਦੀ ਮੂਰਤ ਸਨ। ਉਹ ਤੇਗ ਦੇ ਧਣੀ, ਕਲਮ ਦੇ ਧਣੀ, ਧਰਮ ਦੇ ਰਾਖੇ, ਆਲਮੀ ਮਨੁੱਖੀ ਅਧਿਕਾਰਾਂ ਦੇ ਰੱਖਿਅਕ, ਅਸੂਲਾਂ ਦੇ ਪੱਕੇ ਤੇ ਚਟਾਨ ਵਾਂਗ ਅਡੋਲ ਮਹਾਪੁਰਖ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 15 ਰਾਗਾਂ ਵਿੱਚ ਬਾਣੀ ਰਚੀ। ਕੁੱਲ 59 ਸ਼ਬਦ ਤੇ 57 ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਆਪਣੀ ਬਾਣੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਬੜੇ ਹੀ ਸਿੱਧੇ ਤੇ ਸਰਲ ਜਿਹੇ ਲਫ਼ਜ਼ਾਂ ਦੇ ਨਾਲ ਇਨਸਾਨ ਨੂੰ ਸਮਝਾਉਂਦੇ ਹਨ ਕਿ ਇਹ ਜੋ ਜੱਗ ਸੰਸਾਰ ਹੈ ਇਹ ਨਾਸ਼ਵਾਨ ਹੈ। ਇਸ ਸਭ ਨੇ ਉਵੇਂ ਹੀ ਇੱਕ ਦਿਨ ਢਹਿ ਜਾਣਾ ਹੈ, ਜਿਵੇਂ ਰੇਤ ਦੀ ਕੰਧ ਨੇ ਢਹਿ ਜਾਣਾ ਹੁੰਦਾ ਹੈ। ਜਿਵੇਂ ਪਾਣੀ ਦੇ ਵਿੱਚੋਂ, ਜਲ ਦੇ ਵਿੱਚੋਂ ਬੁਲਬੁਲਾ ਪੈਦਾ ਹੁੰਦਾ ਹੈ, ਫਿਰ ਉੱਥੇ ਹੀ ਉਹ ਵਿਲੀਨ ਹੋ ਜਾਂਦਾ ਹੈ। ਇਸੇ ਤਰ੍ਹਾਂ ਦੀ ਹੀ ਇਹ ਜੱਗ ਰਚਨਾ ਹੈ। ਇਸ ਕਰਕੇ ਇਹਦੇ ਨਾਲ ਕੋਈ ਬਹੁਤਾ ਮੋਹ ਨਹੀਂ ਕਰਨਾ ਚਾਹੀਦਾ। ਇਸ ਝੂਠੇ ਮੋਹ ਦੇ ਵਿੱਚ ਫਸ ਕੇ ਆਪਣੀ ਜੋ ਇਹ ਦੁਨਿਆਵੀ ਜ਼ਿੰਦਗੀ ਆ, ਇਸ ਨੂੰ ਵਿਸ਼ੇ ਵਿਕਾਰਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ ਨਸ਼ਟ ਨਹੀਂ ਕਰਨਾ, ਬਰਬਾਦ ਨਹੀਂ ਕਰਨਾ। ਤੇ ਇਹ ਜਿਹੜਾ ਟਾਈਮ ਸਾਨੂੰ ਜਨਮ ਤੋਂ ਲੈ ਕੇ ਮੌਤ ਤੱਕ ਦਾ ਸਫ਼ਰ ਮਿਲਦਾ ਹੈ, ਇਹ ਉਸ ਅਕਾਲ ਪੁਰਖ ਦੀ ਭਗਤੀ ਕਰਦਿਆਂ ਲੰਘਾਉਣਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਤ੍ਰੈਕਾਲੀ ਤੇ ਅਗੰਮੀ ਸੂਝ-ਬੂਝ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਟਾਈਮ ਤੱਕ ਹੀ ਸਿੱਖ ਪੰਥ ਜੋ ਸਭ ਧਰਮਾਂ ਦਾ ਸਾਂਝਾ ਧਰਮ ਬਣ ਚੁੱਕਾ ਸੀ। ਸਭੈ ਸਾਂਝੀ ਵਾਲ ਸਦਾਇਨ, ਕੋਈ ਨਾ ਦਿਸੈ ਬਾਹਰਾ ਜੀਓ। ਗੁਰਬਾਣੀ ਦੇ ਇਸ ਮਹਾਵਾਕ ਦੇ ਉੱਤੇ ਭਰੋਸਾ ਰੱਖ ਕੇ ਗੈਰ ਸਿੱਖ ਕਸ਼ਮੀਰ ਦੇ ਪੰਡਤ ਕਿਰਪਾ ਦਾਸ ਦੀ ਅਗਵਾਈ ਦੇ ਵਿੱਚ ਉਸਤਾਏ ਹੋਏ ਲੋਕ ਗੁਰੂ ਨਾਨਕ ਦੇ ਦਰ ਤੇ ਆਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਆ ਫਰਿਆਦੀ ਹੁੰਦੇ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਉੱਤੇ ਆਇਆ ਧਰਮ ਸੰਕਟ ਬਿਆਨਦੇ ਹਨ ਕਿ ਕਿਵੇਂ ਜੋ ਮੁਸਲਮਾਨ ਬਾਦਸ਼ਾਹ ਹੈ ਔਰੰਗਜ਼ੇਬ, ਉਹ ਕਿਵੇਂ ਜ਼ਬਰ ਤੇ ਜ਼ੁਲਮ ਦੀ ਇੰਤਹਾ ਨੂੰ ਲੰਘ ਕੇ ਉਹਨਾਂ ਨੂੰ ਧਰਮ ਤਬਦੀਲੀ ਦੇ ਲਈ ਮਜਬੂਰ ਕਰ ਰਿਹਾ ਹੈ। ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਫੈਸਲਾ ਦਿੰਦੇ ਹਨ ਕਿ ਬਾਦਸ਼ਾਹ ਤੱਕ ਇਹ ਸੁਨੇਹਾ ਭੇਜ ਦਿੱਤਾ ਜਾਵੇ ਕਿ ਸਿੱਖਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਅਗਰ ਇਸਲਾਮ ਕਬੂਲ ਕਰ ਲੈਂਦੇ ਹਨ ਤਾਂ ਅਸੀਂ ਸਭ ਆਪਣੇ ਆਪ ਮੁਸਲਮਾਨ ਹੋ ਜਾਵਾਂਗੇ। ਜੁਲਾਈ 1675 ਈਸਵੀ ਦੇ ਵਿੱਚ ਦਿੱਲੀ ਤੋਂ ਕੁਝ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਸ਼ਹਾਦਤ ਦੇ ਲਈ ਦਿੱਲੀ ਵੱਲ ਨੂੰ ਰਵਾਨਾ ਹੁੰਦੇ ਹਨ। ਰਸਤੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਜਾਂਦੇ ਹਨ। ਆਗਰੇ ਦੇ ਕੋਲ ਗ੍ਰਿਫਤਾਰੀ ਹੁੰਦੀ ਹੈ। ਕੁਝ ਇਤਿਹਾਸਕਾਰਾਂ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਲਿਖਿਆ ਮਿਲਦਾ ਹੈ ਕਿ ਉਹਨਾਂ ਨੂੰ ਆਗਰੇ ਦੇ ਕੋਲ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਫਿਰ ਕੁਝ ਟਾਈਮ ਸਰਹੰਦ ਦੇ ਨੇੜੇ ਬੱਸੀ ਪਠਾਣਾ ਵਿਖੇ ਨਜ਼ਰਬੰਦ ਰੱਖਿਆ। ਨਵੰਬਰ 1675 ਵਿੱਚ ਮੌਤ ਦਾ ਫਤਵਾ ਜਾਰੀ ਹੁੰਦਾ ਹੈ। ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਪਹਿਲਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਭਾਈ ਮਤੀ ਦਾਸ ਜੀ ਨੂੰ ਜਿਉਂਦੇ ਆਰੇ ਨਾਲ ਚੀਰ ਦਿੱਤਾ ਗਿਆ। ਭਾਈ ਸਤੀ ਦਾਸ ਜੋ ਉਹਨਾਂ ਦੇ ਭਰਾ ਸਨ, ਉਹਨਾਂ ਨੂੰ ਜਿਉਂਦੇ ਰੂਹ ਵਿੱਚ ਲਪੇਟ ਕੇ ਅੱਗ ਲਗਾ ਦਿੱਤੀ ਗਈ। ਭਾਈ ਦਿਆਲਾ ਜੀ ਨੂੰ ਜਿਉਂਦਿਆਂ ਦੇਗ ਵਿੱਚ ਉਬਾਲ ਦਿੱਤਾ ਗਿਆ। ਸਿੱਖਾਂ ਦੀਆਂ ਇਹਨਾਂ ਮਹਾਨ ਸ਼ਹਾਦਤਾਂ ਤੋਂ ਬਾਅਦ ਫਿਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕਲਮ ਕੀਤਾ ਗਿਆ ਤੇ ਉਹਨਾਂ ਨੇ ਹੱਸ ਕੇ ਜੋ ਇਹ ਸ਼ਹਾਦਤ ਹੈ ਪ੍ਰਵਾਨ ਕੀਤੀ ਕਿ ਇਤਿਹਾਸ ਦੱਸਦਾ ਹੈ ਕਿ ਗੁਰੂ ਸਾਹਿਬ ਦੇ ਅੱਗੇ
3 ਜੋ ਸ਼ਰਤਾਂ ਰੱਖੀਆਂ ਗਈਆਂ ਸਨ, ਇਸਲਾਮ ਕਬੂਲ ਕਰਨਾ, ਕਰਾਮਾਤ ਦਿਖਾਉਣੀ ਜਾਂ ਮੌਤ ਕਬੂਲ ਕਰਨੀ, ਤਾਂ ਗੁਰੂ ਸਾਹਿਬ ਨੇ ਇਹਨਾਂ ਤਿੰਨਾਂ ਦੇ ਵਿੱਚੋਂ ਹੱਸ ਕੇ ਮੌਤ ਕਬੂਲ ਕੀਤੀ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮਹਿਸਾਕਾ, ਸਾਧਨ ਹੇਤ ਇਤੇ ਜਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਉਸ ਤਿਲਕ ਜੰਜੂ ਦੀ ਰਾਖੀ ਲਈ ਹੋਈ ਇਹ ਲਸਾਨੀ ਸ਼ਹਾਦਤ, ਜਿਸ ਜਨੇਊ ਨੂੰ ਪਾਉਣ ਤੋਂ ਪਹਿਲੇ ਜਾਮੇ ਵਿੱਚ ਗੁਰੂ ਨਾਨਕ ਪਾਤਸ਼ਾਹ ਇਨਕਾਰ ਕਰਦੇ ਹਨ, ਇਸ ਸ਼ਹਾਦਤ ਨੇ ਦੁਨੀਆ ਨੂੰ ਇਹ ਪ੍ਰਤੱਖ ਦੱਸ ਦਿੱਤਾ ਕਿ ਆਪੋ ਆਪਣੇ ਧਾਰਮਿਕ ਅਕੀਦਿਆਂ ਦੇ ਵਿੱਚ ਰਹਿੰਦਿਆਂ ਸਵੈਮਾਨ ਤੇ ਅਣਖ ਭਰੀ ਜ਼ਿੰਦਗੀ ਜਿਉਣ ਦਾ ਹਰ ਇੱਕ ਨੂੰ ਹੱਕ ਦੇਣਾ ਤੇ ਦਿਵਾਉਣਾ, ਇਹੋ ਹੀ ਗੁਰੂ ਨਾਨਕ ਦੇ ਘਰ ਦਾ ਧਰਮ ਹੈ। ਤੇ ਗੁਰੂ ਨਾਨਕ ਦੇ ਘਰ ਦੀ ਇਹ ਮਰਿਆਦਾ ਰਹਿੰਦੀ ਦੁਨੀਆ ਤੱਕ ਮਜ਼ਲੂਮਾਂ ਦਾ ਸਹਾਰਾ ਬਣ ਜ਼ਾਲਮਾਂ ਦਾ ਮੂੰਹ ਚੜਾਉਂਦੀ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।